ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਡਟੇ ਹੋਏ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ। 100 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਏ। ਕਿਸਾਨ ਕਹਿੰਦੇ ਆ ਕਿ ਅਸੀਂ ਆਪਣੇ ਹੱਕ ਵਾਪਸ ਲੈ ਕੇ ਹੀ ਮੁੜਾਂਗੇ। ਸਰਕਾਰ ਦਾ ਜ਼ੋਰ ਲੱਗਾ ਪਿਆ ਏ ਕਿ ਕਿਸਾਨ ਅੰਦੋਲਨ ਖਤਮ ਕਰਕੇ ਆਪਣੇ ਆਪਣੇ ਘਰਾਂ ਨੂੰ ਮੁੜ ਜਾਣ। ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਹੈ। ਪਰ ਦੂਜੇ ਪਾਸਿਓਂ ਗੱਲ ਇਹ ਵੀ ਉੱਠ ਰਹੀ ਹੈ ਕਿ ਸਰਕਾਰ ਕਈ ਹੱਥਕੰਡੇ ਅਪਣਾ ਰਹੀ ਹੈ ਕਿ ਕਿਸਾਨ ਆਪਣੇ ਕੰਮਾਂ ਨੂੰ ਉਲਝ ਜਾਣ, ਆਪਣੇ ਘਰਾਂ ਨੂੰ ਮੁੜ ਜਾਣ, ਹੋਰ ਗੱਲਾਂ ਦੇ ਵਿੱਚ ਉਹਨਾਂ ਨੂੰ ਉਲਝਾ ਦਈਏ। ਇਸ ਦੀ ਉਦਾਹਰਣ ਇੱਕ ਸਾਹਮਣੇ ਆਈ ਹੈ ਕਿ FCI ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਹੜੀ ਇਸ ਵਾਰ ਦੀ ਫਸਲ ਹੈ ਉਸ ਦੀ ਅਦਾਇਗੀ ਜਿਹੜੀ ਹੈ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੀਤੀ ਜਾਊਗੀ। ਆੜਤੀਆ ਸਿਸਟਮ ਜਿਹੜਾ ਆ ਖਤਮ ਕਰਨ ਦੇ ਉੱਪਰ ਤੁਲੇ ਹੋਏ ਨੇ। ਸਰਕਾਰ ਦੀ ਜਿਹੜੇ ਪਹਿਲਾ 3 ਕਾਨੂੰਨ ਨੇ ਉਹਨਾਂ ਦੇ ਵਿੱਚ ਵੀ ਇਹੀ ਚੀਜ਼ ਦਾ ਜ਼ਿਕਰ ਆ ਕਿ ਅਸੀਂ ਵਿਚੋਲੀਏ ਖਤਮ ਕਰਨੇ ਆ ਤੇ ਵਿਚੋਲੀਏ ਆੜਤੀਆਂ ਨੂੰ ਹੀ ਕਿਹਾ ਗਿਆ ਹੈ। ਤਾਂ ਹੁਣ ਇਸ ਵਾਰ ਜਿਹੜੀ FCI ਦੇ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਉਹਦੇ ਵਿੱਚ ਵੀ ਇਹੀ ਕਿ ਜਿਹੜੀ ਫਸਲ ਦੀ ਅਦਾਇਗੀ ਹੋਊਗੀ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਊਗੀ। ਪਰ ਉਸ ਦੇ ਨਾਲ ਨਾਲ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਹਦਾਇਤਾਂ ਇਹ ਨੇ ਕਿ ਜਿਹੜੀ ਫਸਲ ਉਗਾ ਰਹੇ ਆ, ਜਿਹੜੀ ਜ਼ਮੀਨ ਦੇ ਉੱਪਰ ਉਗਾ ਰਹੇ ਆ, ਉਸ ਦੀ ਮਲਕੀਅਤ ਜਿਹੜੀ ਹੈ ਅਪਲੋਡ ਕਰਨੀ ਪਵੇਗੀ। ਉਹ ਅਪਲੋਡ FCI ਨੂੰ ਕਰਨੀ ਪਵੇਗੀ ਅਤੇ ਉਸ ਦੇ ਉੱਪਰ ਆਪਣਾ ਦੱਸਣਾ ਪਵੇਗਾ ਕਿ ਅਸੀਂ ਕਿਹੜੀ ਫਸਲ ਦੇ ਉੱਪਰ ਕਿਹੜੀ ਤਰੀਕੇ ਦੇ ਨਾਲ ਜਿਹੜੀ ਆ ਫਸਲ ਉਗਾ ਰਹੇ ਆ ਅਤੇ ਆਪਣਾ ਜਿਹੜੀ ਮਲਕੀਅਤ ਹੈ ਉਸ ਦੇ ਬਾਰੇ ਵੀ ਸਾਰਾ ਦੱਸਣਾ ਪਊਗਾ। ਹੁਣ ਇਸ ਦੇ ਨਾਲ ਨਾਲ ਵੱਡੇ ਸਵਾਲ ਇਹ ਖੜੇ ਹੁੰਦੇ ਆ ਕਿ ਮਲਕੀਅਤ ਬਹੁਤੇ ਲੋਕ ਤਾਂ ਇੱਥੇ ਠੇਕੇ ਦੇ ਜ਼ਮੀਨ ਲੈ ਕੇ ਫਸਲ ਉਗਾਉਂਦੇ ਆ। ਤਾਂ ਹੁਣ ਜਿਹੜੇ ਕਈ ਵਿਦੇਸ਼ਾਂ ਦੇ ਵਿੱਚ ਨੇ, ਕਈ ਇਹਨਾਂ ਸਟੇਟਾਂ ਤੋਂ ਬਾਹਰ ਨੇ, ਕੰਮ ਕਰਦੇ ਨੇ, ਜਾਂ ਕਈਆਂ ਦੀ ਮਰਗ ਹੋ ਚੁੱਕੀ ਹੈ, ਪੁੱਤਾਂ ਨੇ ਪਿਓਾਂ ਦੀਆਂ ਜ਼ਮੀਨਾਂ ਆਪਣੇ ਨਾਮ ਨਹੀਂ ਲਵਾਈਆਂ, ਤਾਂ ਹੁਣ ਉਹ ਕਿਸ ਤਰੀਕੇ ਨਾਲ ਇਹਨਾਂ 20 ਦਿਨਾਂ ਦੇ ਵਿੱਚ ਆਪਣੇ ਨਾਮ ਫਸਲ ਲਵਾਉਣਗੇ? ਕਿਉਂਕਿ FCI ਨੇ ਤਾਂ ਨੋਟੀਫਿਕੇਸ਼ਨ ਕੱਢਤਾ ਕਿ 1 ਤਰੀਕ ਨੂੰ ਜਿਹੜੀ ਕਣਕ ਦੀ ਫਸਲ ਦੀ ਅਦਾਇਗੀ ਅਸੀਂ ਕਰਨੀ ਹੈ ਉਹ ਸਿਰਫ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕਰਾਂਗੇ। ਤਾਂ ਇੱਕ ਹਿਸਾਬ ਨਾਲ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੇ ਸਿੱਧੇ ਤਰੀਕੇ ਨਾਲ ਨਹੀਂ, ਕੰਨ ਪੁੱਠੇ ਤਰੀਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਉਲਝਾ ਦਈਏ। ਤਾਂ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮਾਰਕੀਟ ਕਮੇਟੀ ਜਲੰਧਰ ਛਾਉਣੀ ਤੋਂ ਚੇਅਰਮੈਨ ਮੌਜੂਦ ਆ, ਹਰਭੁਪਿੰਦਰਜੀਤ ਸਿੰਘ ਸਮਰਾ। ਇਹਨਾਂ ਤੋਂ ਜਾਣਦੇ ਆ ਕਿਉਂਕਿ ਇਹ ਇੱਕ ਕਿਸਾਨ ਵੀ ਨੇ, ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ। ਤਾਂ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਅਦਾਇਗੀ ਹੋਵੇਗੀ, ਇਸ ਦਾ ਫਾਇਦਾ ਹੋਵੇਗਾ, ਨੁਕਸਾਨ ਹੋਵੇਗਾ? ਸਭ ਤੋਂ ਪਹਿਲਾਂ ਸਮਰਾ ਸਾਹਿਬ, ਲੱਗਦਾ ਹੈ ਕਿ ਸਰਕਾਰ ਇੰਨੀ ਕੁ ਜ਼ਿਆਦਾ ਡਰ ਗਈ ਆ ਕਿ ਹੁਣ ਕਿਸਾਨਾਂ ਨੂੰ ਉਲਝਾਉਣ ਦੇ ਲਈ ਨਵੇਂ-ਨਵੇਂ ਤਰੀਕੇ ਲੱਭ ਰਹੀ ਆ। ਤਾਂ ਹੋ ਜਾਊਗਾ ਇਹਦਾ ਮਸਲਾ ਹੱਲ ਕਿ ਤੁਸੀਂ ਸਿੱਧੇ ਖਾਤਿਆਂ 'ਚ ਪੈਸੇ ਪਵਾਉਣੇ ਆ ਤਾਂ ਜਿਹੜੇ ਵਿਚੋਲਗੀਰੀ ਸੀਗੀ ਉਹ ਕਹਿੰਦੇ ਖਤਮ ਕਰਨੀ ਆ? ਇੱਦਾਂ ਹੋ ਜਾਊਗਾ ਮਸਲਾ ਹੱਲ? ਨਹੀਂ, ਸਭ ਤੋਂ ਪਹਿਲਾਂ ਜੀ ਆਇਆਂ ਡੇਲੀ ਪੋਸਟ ਮਨਦੀਪ ਜੀ, ਕਿਉਂਕਿ ਇਹ ਇੱਕ ਕਿਤੇ ਨਾ ਕਿਤੇ ਮੈਂ ਪਹਿਲਾਂ ਕਿਹਾ ਸੀ ਨਾ, ਮੈਂ ਆਮ ਕਹਿੰਦਾ ਹੁੰਦਾ ਕਿ ਜਦੋਂ ਵੀ ਕੋਈ MP MLA ਬਣਦਾ ਹੈ ਨਾ, ਉਹ ਇਤਿਹਾਸ ਬਹੁਤਾ ਪੜ੍ਹਿਆ ਕਰੇ। ਕਿਉਂਕਿ ਇਹਨਾਂ ਦੇ ਮੈਨੂੰ ਲੱਗਦਾ ਸਾਡੇ ਚਾਹੇ PM ਨੇ ਤੇ ਚਾਹੇ ਇਹਨਾਂ ਦੇ MP ਵਗੈਰਾ ਨੇ, ਮਿਨਿਸਟਰ ਨੇ, ਉਹਨਾਂ ਨੇ ਸਾਡੀ ਹਿਸਟਰੀ ਨਹੀਂ ਪੜ੍ਹੀ। 1906 ਦੇ ਵਿੱਚ ਅੰਦੋਲਨ ਹੋਇਆ ਸੀ ਚਾਚਾ ਅਜੀਤ ਸਿੰਘ ਉਹਨਾਂ ਦੀ ਰਹਿਨਮਾਈ ਹੇਠ, ਤੇ ਭਗਤ ਸਿੰਘ ਦੇ ਫਾਦਰ ਸਾਹਿਬ ਸੀ ਨਾਲ। 9 ਮਹੀਨੇ ਉਹਨਾਂ ਨੇ ਅੰਗਰੇਜ਼ ਦੇ ਗੋਡਨੇ ਲਵਾਤੇ ਸੀ, ਠੀਕ ਹੈ, ਗੋਡਨੇ ਲਵਾਏ। ਉਦੋਂ ਬਾਅਦ ਅੰਗਰੇਜ਼ ਨੇ 3 ਕਾਨੂੰਨ ਵਾਪਸ ਲਏ। ਤੇ ਮੈਨੂੰ ਲੱਗਦਾ ਯਾਰ ਹੁਣ ਤਾਂ ਸਾਡੇ ਵਾਲੇ ਕਹਿੰਦੇ 9 ਸਾਲ ਨਹੀਂ ਉੱਠਦੇ, ਤੇ ਤੁਹਾਨੂੰ ਇਹ ਲੱਗਦਾ ਕਿ ਇਦਾਂ ਨਹੀਂ ਹੋਣੀ। ਰਹੀ ਗੱਲ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਇਹ ਹਾਸੋਹੀਣਾ ਨੋਟੀਫਿਕੇਸ਼ਨ ਹੈ। ਇਹਦੇ ਵਿੱਚ ਇਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜਾ ਕਿਸਾਨ ਹੈ ਉਹਦੇ ਖਾਤੇ 'ਚ ਪੇਮੈਂਟ ਜਾਊਗੀ ਔਰ ਉਹ ਜਮ੍ਹਾਂਬੰਦੀ ਜਿਹੜੀ ਉਹਨੂੰ ਅਪਲੋਡ ਕਰਨੀ ਪਊ। ਮੈਨੂੰ ਇਹ ਦੱਸਿਓ ਕਿ ਜਿਹੜਾ ਹੁਣ ਇੱਕ NRI ਹੈ, ਉਹ ਜ਼ਮੀਨ ਆਪਣੇ ਕਿਸੇ ਚਾਚੇ ਤਾਏ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਠੇਕੇ ਤੇ ਦੇ ਕੇ ਗਿਆ ਹੈ, ਉਹ ਕਿਵੇਂ ਹੋਊਗਾ? 1% ਮੰਨ ਲੈਂਦੇ ਆ ਕਿ ਇਹ ਮੰਨ ਲਓ ਕਿ ਇਸ ਡਿਪਾਰਟਮੈਂਟ ਤੋਂ ਚੱਕ ਲੈਂਦੇ ਨੇ ਉਹਦਾ ਰਿਕਾਰਡ, ਉਦੋਂ ਬਾਅਦ ਪੇਮੈਂਟ ਉਹਦੇ ਖਾਤੇ ਚਲੇਗੀ। ਉਹ 2 ਸਾਲ ਬਾਹਰੋਂ ਨਹੀਂ ਆਇਆ ਤੇ ਉਹ ਕਿਸਾਨ ਮਾਰਿਆ ਗਿਆ। ਆਪਣੇ ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ, ਉਹਨੇ ਆਪਣੇ ਮਾਂ-ਬਾਪ ਦੀ ਦਵਾ ਦਾਰੂ ਵੀ ਕਰਨੀ, ਉਹਨੇ ਅਗਲੀ ਫਸਲ ਲਈ ਜਿਹੜਾ ਪੈਸੇ ਚਾਹੀਦੇ ਨੇ ਉਹਦਾ ਕਰਜ਼ਾ ਵੀ ਹੈ। ਕਿਉਂਕਿ ਦੇਖੋ ਮੈਂ ਕਿਸਾਨ ਦਾ ਪੁੱਤਰ ਹਾਂ, ਮੇਰੇ 4 ਏਕੜ ਨੇ, ਮੇਰੇ ਬਾਪ ਦੇ ਬਹੁਤੇ, ਅਸੀਂ ਅਮੀਰ ਘਰ ਚੋਂ ਨਹੀਂ, ਰੋਟੀ ਖਾਣੇ ਸਾਮੀ ਸਿੱਕੀ, ਬਾਕੀ ਠੇਕੇ ਤੇ ਬੋਨੇ ਆ। ਮੈਨੂੰ ਇਸ ਚੀਜ਼ ਦਾ ਤਜਰਬਾ ਕਿ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਜਦੋਂ ਅਸੀਂ ਖੁਦ ਬਿਮਾਰ ਹੋ ਜਾਣਾ ਜਾਂ ਸਾਡੇ ਕਿਸੇ ਘਰ ਦੇ ਜੀਅ ਨੇ ਬਿਮਾਰ ਹੋ ਜਾਣਾ, ਫਾਦਰ ਸਾਹਿਬ ਨੇ ਸਾਈਕਲ ਚੱਕਣਾ ਤੇ ਆੜਤੀਆ ਜਾ ਕੇ ਦਰਵਾਜ਼ਾ ਖੜਕਾਉਣਾ, ਵੀ ਆੜਤੀਆ ਸਾਹਿਬ ਆਹ ਸਾਡੇ ਸਮੱਸਿਆ ਆ ਗਈ, ਇੰਨੇ ਪੈਸੇ ਦੇਈ। ਉਹ ਵਿਚਾਰਾ ਜਿੱਥੋਂ ਮਰਜ਼ੀ ਦਿੰਦਾ ਸੀ, ਉਹਨੇ ਰੱਖੇ ਹੁੰਦੇ ਸੀ ਘਰ, ਕਿਉਂਕਿ ਇਹ ਰਿਸ਼ਤੇਦਾਰ ਸੀ ਇੱਕ ਦੂਜੇ ਦੇ, ਆੜਤੀਆ ਔਰ ਕਿਸਾਨ। ਤੇ ਉਹਨੇ ਕਹਿਣਾ ਯਾਰ ਲੈ ਜਾ ਆਪਣਾ ਟਾਈਮ ਸਾਰ। ਤੇ ਜਿੱਥੇ ਇਸ ਤਰ੍ਹਾਂ ਦਾ ਟਾਈਮ ਸਾਰਿਆ ਜਾਂਦਾ ਹੋਵੇ ਤਾਂ ਉੱਥੇ ਇਹੋ ਜਿਹੀ ਖੇਡ ਕੇ, ਇਹੋ ਜਿਹੀ ਚਲਾਕੀ ਕਰਕੇ, ਮੈਨੂੰ ਤਾਂ ਲੱਗਦਾ ਬਹੁਤ ਵੱਡੀ ਇੱਕ ਸ਼ਾਤਰ ਦਿਮਾਗ ਨੇ ਇਹ ਨੋਟੀਫਿਕੇਸ਼ਨ ਤਿਆਰ ਕਰ ਦਿੱਤਾ। ਪਰ ਉਹ ਬੰਦਾ ਅੱਜ ਦੀ ਪੜ੍ਹਾਈ ਤਾਂ ਸਿਆਣਾ ਸੀ, ਪਰ ਇਤਿਹਾਸ ਦਾ ਕਿਤੇ ਨਾ ਕਿਤੇ ਜ਼ੀਰੋ। ਜੇ ਉਹ ਬੰਦੇ ਨੇ ਇਤਿਹਾਸ ਪੜ੍ਹਿਆ ਹੁੰਦਾ ਤਾਂ ਐ ਨਹੀਂ ਕਰਨਾ ਸੀ। ਮੈਨੂੰ ਲੱਗਦਾ ਇਹ ਬਹੁਤੀ ਸਿਆਣੀ ਗੱਲ ਨਹੀਂ ਹੋਈ ਔਰ ਕਿਸਾਨ ਇਹਦੇ ਨਾਲ ਹੋਰ ਬਰਬਾਦ ਹੋ ਜਾਊਗਾ। ਤੇ ਮੈਨੂੰ ਅੱਗੇ ਥੋੜ੍ਹੀਆਂ ਆਤਮ ਹੱਤਿਆ ਹੁੰਦੀਆਂ ਯਾਰ, ਕਿਉਂਕਿ ਜੇ ਆਪਾਂ ਪਿੱਛੇ ਜਾਈਏ ਮਾੜਾ ਜਿਹਾ
1970 ਦੇ ਗੇੜ ਚੱਲੀਏ, ਲਗਭਗ ਤੁਸੀਂ ਲਾ ਲਓ ਵੀ ਜੇ ਆਪਾਂ ਸਰਕਾਰੀ ਨੌਕਰੀ ਵਾਲੇ ਨੂੰ ਤੇ ਐਗਰੀਕਲਚਰ ਦੇ ਰੇਟ ਨੂੰ ਲਾ ਲਈਏ, ਕਣਕ ਦੇ ਨੂੰ ਲਾ ਲਈਏ, 2.5 ਗੁਣਾ ਵਧਿਆ, ਉਹ 150 ਗੁਣਾ ਵੱਧ ਗਈ। ਕਿਸਾਨ ਤਾਂ ਪਹਿਲਾਂ ਦਬ ਗਿਆ ਤੇ ਹੋਰ ਦਬਣ ਦਾ ਤਰੀਕਾ ਲੱਭ ਲਿਆ। ਇਸ ਨੋਟੀਫਿਕੇਸ਼ਨ ਤੋਂ ਅਸੀਂ ਇਹ ਮੰਨ ਲਈਏ ਕਿ ਜਿਹੜਾ ਕਿਸਾਨ ਤੇ ਆੜਤੀ ਦਾ ਰਿਸ਼ਤਾ ਹੈ ਉਹ ਜਮਾ ਖਤਮ ਹੋ ਜਾਊਗਾ। ਦੇਖੋ, ਜਦੋਂ ਕਿਤੇ ਨਾ ਬਹੁਤਾ ਪਿਆਰਾ ਰਿਸ਼ਤਾ ਹੋਵੇ, ਉਹਨੂੰ ਕਈ ਜਿਹੜੇ ਜੈਲਸੀ ਲੋਕ ਹੁੰਦੇ ਨੇ ਨਾ, ਤੋੜਨ ਦੀ ਬੜੀ ਕੋਸ਼ਿਸ਼ ਕਰਦੇ ਆ। ਤੇ ਸਾਡਾ ਰਾਜਾ ਕਿਤੇ ਨਾ ਕਿਤੇ ਇਸ ਗੱਲ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਸੈਂਟਰ ਵਾਲਾ। ਮੈਂ ਤਾਂ ਸਾਫ਼ ਹੀ ਪੰਜਾਬੀ ਚ ਕਹਿ ਦਿਆਂ ਕਿ ਉਸ ਬੰਦੇ ਨੂੰ ਸ਼ਾਇਦ ਯਾਦ ਭੁੱਲ ਗਈ ਕਿ ਭਾਈ ਜਿਹੜਾ ਮੇਰਾ ਜਨਮ ਆ ਨਾ, ਉਹ ਮਾਂ ਦੇ ਗਰਭ ਚੋਂ ਨਹੀਂ ਹੋਇਆ। ਉਹ ਰਾਜਾ ਬਣਿਆ ਤਾਂ ਉਹ ਵੋਟਾਂ ਵਾਲੇ ਬਾਕਸ ਚੋਂ ਬਣਿਆ। ਤੇ ਜੇ ਉਹ ਭੁੱਲ ਗਿਆ ਨਾ, ਫਿਰ ਕਿਤੇ ਨਾ ਕਿਤੇ ਉਹ ਬਾਕਸ ਵਾਲੇ ਲਾਂਭੇ ਕਰ ਦੇਣਗੇ। ਇਹ ਬਹੁਤਾ ਚਿਰ ਨਹੀਂ ਲੱਗਦਾ ਹੁੰਦਾ। ਜੇ ਰਾਜਾ ਬਣ ਸਕਦਾ ਹੈ ਨਾ, ਪ੍ਰਜਾ, ਦੁਨੀਆ ਵਿੱਚ ਇਤਿਹਾਸ ਗਵਾਹ ਹੈ ਕਿ ਸਭ ਤੋਂ ਤਾਕਤਵਰ ਜਿਹੜਾ ਹੈ ਨਾ, ਉਹ ਲੋਕ ਹੁੰਦੇ ਨੇ। ਔਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਚੱਲਣੀਆਂ। ਇਹ ਜੇ ਕੀਤਾ ਬੜਾ ਗਲਤ ਹੈ, ਉਹ ਮੈਨੂੰ ਲੱਗਦਾ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਜੇ ਇਹਨਾਂ ਨੇ ਕੋਈ, ਮੈਂ ਕਹਿੰਦਾ ਕਿ ਯਾਰ ਮੇਰੇ ਤੋਂ ਗਲਤੀ ਹੋ ਗਈ, ਤੇ ਮੈਂ ਹਾਕੀ ਵਾਲਾ, ਸਾਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ ਕਿ ਜੇ ਗਲਤੀ ਹੋ ਗਈ ਹੈ ਨਾ, ਉਹਨੂੰ ਮੰਨ ਲਓ। ਕਈ ਵਾਰੀ ਅਸੀਂ ਗਰਾਊਂਡ 'ਚ ਲੜ ਵੀ ਪੈਂਦੇ ਹੁੰਦੇ ਸੀ, ਬਹੁਤ ਕੁਛ ਹੋ ਜਾਣਾ, ਬਾਅਦ 'ਚ ਮਾਫੀ ਮੰਗ ਲੈਣੀ, ਕਹਿਣਾ ਜੱਫੀ ਪਾ ਲਓ ਯਾਰ, ਜੇ ਉਹਨੇ ਗਲਤੀ ਕਰ ਲਈ ਤਾਂ ਮਾਫੀ ਮੰਗ ਲੈ, ਕਿੱਡੀ ਗੱਲ ਹੈ। ਦੇਖੋ ਤੁਸੀਂ ਵੀ ਪੰਜਾਬੀ ਵਾਲਾ ਤਾਂ ਕਹਿੰਦੇ ਮਹਾਨ ਹੁੰਦਾ ਸਭ। ਦੇਖੋ ਤੁਸੀਂ ਪੰਜਾਬੀ ਹੋ, ਆਪਾਂ ਤਾਂ ਇਹੋ ਜਿਹੇ ਲੋਕ ਆ ਯਾਰ, ਕਿਤੇ ਮੇਰੇ ਤੋਂ ਗਲਤੀ ਹੋ ਗਈ, ਤੁਹਾਡੇ ਤੋਂ ਹੋ ਗਈ। ਆਪੀ ਸਕੂਲਾਂ 'ਚ ਟੀਚਰ ਜਾਂ ਕੋਚ ਜੱਫੀਆਂ ਪਵਾਉਂਦੇ ਸੀ ਨਾ, ਉਦੋਂ ਬਾਅਦ ਸਾਨੂੰ ਯਾਦ ਨਹੀਂ ਹੁੰਦਾ ਹੀ ਲੜੇ ਸੀ। ਅਸੀਂ ਤਾਂ ਯਾਰ ਉਹ ਲੋਕ ਆ ਜਿਹੜੇ ਦੂਜਿਆਂ ਲਈ ਜੀਨੇ ਆ। ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਬਦਲਣਾ ਚਾਹੀਦਾ। ਇਹ ਜਿਹੜਾ ਇੱਕ ਗੱਲ ਹੋਰ ਇੱਥੇ ਕਰਦੇ ਆ, ਇਹਨਾਂ ਨੇ ਕੀ ਕੀਤਾ ਕਿ FCI ਜਿਹੜੀ ਆ ਸਿੱਧੀ ਪੇਮੈਂਟ ਕਰੂਗੀ ਕਿਸਾਨ ਨੂੰ। ਮੈਂ ਕਹਿੰਦਾ ਕਿ ਕੁਛ 2-3% ਲੋਕਾਂ ਦੀ ਹੋ ਵੀ ਜਾਵੇਗੀ ਸਿੱਧੀ, ਜਿਹਦੇ ਕੋਲ ਆਪਣੀ ਜ਼ਮੀਨ ਹੈ, ਛੋਟੀ ਖੇਤੀ ਕਰਦੇ ਆ। ਉਹ ਵਿਚਾਰਾ ਐਡਵਾਂਸ ਕਿੱਥੋਂ ਫੜੂਗਾ? ਜਿਹੜੇ ਆੜਤੀ ਐਡਵਾਂਸ ਲਏ ਉਹ ਵਾਪਸ ਕਿੱਥੇ ਜਾਣਗੇ? ਜੇ ਉਹ ਇੱਕ ਵਾਰੀ ਵਿਚਾਰੇ ਨੇ ਦੇ ਦਿੱਤੇ, ਦੂਜੀ ਵਾਰੀ ਆੜਤੀ ਡਰੂਗਾ, ਉਹ ਕਹਿੰਦਾ ਭਾਈ ਮੈਂ ਨਹੀਂ ਦੇਣੇ। ਉਹ ਕਿਤੇ ਨਾ ਕਿਤੇ ਆਪਣੇ ਬਾਪ ਦਾਦੇ ਨੂੰ ਵੀ ਐਂ ਹੀ ਮਾਰ ਲੂਗਾ, ਕਿਉਂਕਿ ਦਵਾਈ ਜੋਗੇ ਪੈਸੇ ਨਹੀਂ ਹੋਣੇ। ਐ ਤਾਂ ਨਹੀਂ ਕੱਲੀ ਕਣਕ ਦੇ ਸੀਜ਼ਨ ਦੇ ਕਰਕੇ ਇਹ ਨੋਟੀਫਿਕੇਸ਼ਨ ਜਾਰੀ ਹੋਇਆ, ਕਿ ਆਉਣ ਵਾਲੇ ਸਮੇਂ ਦੇ ਲਈ ਹੋ ਗਿਆ ਇਹ? ਦੇਖੋ, ਜੇ ਕਿਸੇ ਚੀਜ਼ ਦਾ ਜਨਮ ਹੋਇਆ, ਉਹ ਪੂਰੀ ਤਾਂ ਮਰਨ ਨਹੀਂ ਲੱਗੀ। ਜੇ ਕਹਿੰਦੇ ਆ ਨਾ, ਬੰਦਾ ਜਦੋਂ ਜਨਮ ਪੈਂਦਾ, ਜਨਮ ਹੋ ਗਿਆ, ਉਹ ਜਵਾਨ ਹੁੰਦਾ, ਜਦੋਂ ਉਹਨੂੰ ਜਲਾ ਵੀ ਦਿੰਦੇ ਨਾ, ਉਹ ਮੁੱਠ ਕਰਾਖ ਦੀ ਫੇਰ ਵੱਜ ਜਾਂਦੀ ਹੈ। ਉਹ ਫੇਰ ਸਿਆਣੇ ਬੰਦੇ ਕਹਿੰਦੇ ਇਹਨੂੰ ਗੰਗਾ ਜਾਂ ਕਿਸੇ ਹੋਰ ਦਰਿਆ 'ਚ ਰੋੜਿਓ, ਫੇਰ ਵੀ ਵੱਜ ਜਾਂਦੀ ਹੈ। ਤੇ ਜੇ ਕਿਤੇ ਨਾ ਕਿਤੇ ਚਿੱਠੀ ਕੱਢੀਏ, ਸਾਰੀ ਖਤਮ ਕਰਨ ਵਾਲੀ ਨਹੀਂ ਹੈਗੇ, ਤੁਹਾਨੂੰ ਲੱਗਦਾ? ਇਹ ਤਾਂ ਵਾਪਸ ਲੈਣਾ ਵੱਖਰੀ ਗੱਲ ਹੈ, ਕਿਉਂਕਿ ਹਾਲੇ ਤਾਂ ਇਹ ਚਿੱਠੀ ਸਿਰਫ ਘਰ ਵਿੱਚ ਹੈ। ਜਦੋਂ ਇਹ 1 ਤਰੀਕ ਤੋਂ ਬਾਹਰ ਆ ਗਈ, ਇਹਨਾਂ ਨੇ ਕਿੱਥੋਂ ਹਟਣਾ ਹੈ ਨਾ। ਉਹਨਾਂ ਦੇ ਵਿੱਚ ਵੀ ਜ਼ਿਕਰ ਆ ਕਿ ਸਿੱਧਾ ਜਿਹੜਾ ਵਾ ਤੁਸੀਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਲਿੰਕ ਹੋਊਗਾ, ਆੜਤੀ ਸਿਸਟਮ ਖਤਮ ਹੋ ਜਾਊਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਵੀ ਉਸੇ ਤਰੀਕੇ ਨਾਲ, ਮੈਂ ਕੰਨ ਇਸ ਕਰਕੇ ਕਹਿ ਰਿਹਾ ਵੀ ਸਿੱਧੇ ਨਹੀਂ ਤੇ ਪੁੱਠੇ ਤਰੀਕੇ ਨਾਲ ਸਰਕਾਰ ਫੜ ਰਹੀ ਆ। ਇਹ ਤਾਂ ਇੱਕ ਗੱਲ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਆੜਤੀਆਂ ਤੋਂ ਇੰਨੇ ਔਖੇ ਕਿਉਂ ਆ ਸਰਕਾਰ? ਦੇਖੋ, ਕਿਸਾਨ ਉਹਨਾਂ ਚਿਰ ਮਰ ਨਹੀਂ ਸਕਦਾ ਜਿੰਨਾ ਚਿਰ ਆੜਤੀਏ ਵੀਰ ਜਿਹੜੇ ਜੀਂਦੇ ਆ। ਕਾਰਨ ਕੀ ਹੈ ਕਿ ਜਦੋਂ ਕਿਸਾਨ ਆੜਤੀਏ ਤੋਂ ਪੈਸੇ ਲੈਂਦਾ ਹੁੰਦਾ ਸੀ ਨਾ, ਐਡਵਾਂਸ ਤਾਂ ਉਦੋਂ ਤੋਂ ਫੜ ਰਿਹਾ ਜਦੋਂ ਤੋਂ ਖੇਤੀ ਕਰ ਰਿਹਾ, ਕਿਉਂਕਿ ਉਹ ਵਿਚਾਰੇ ਦੇ ਹਾਲਾਤ ਬਹੁਤੇ ਚੰਗੇ ਨਹੀਂ, ਕਦੇ ਮੌਸਮ ਦੀ ਮਾਰ ਤੇ ਕਦੇ ਸਮੇਂ ਦੀ ਮਾਰ, ਦੋ ਹੀ ਚੀਜ਼ਾਂ ਪੈਂਦੀਆਂ ਰਹੀਆਂ। ਉਹਨਾਂ ਨੂੰ ਹੁਣ ਐਂ ਲੱਗਦਾ ਕਿ ਆੜਤੀਆ ਖਤਮ ਕਰ ਦਈਏ, ਬੈਂਕਾਂ ਨੂੰ ਬਾਅਦ 'ਚ ਝੰਡੀ ਦੇ ਦਿਆਂਗੇ ਵੀ ਹੁਣ ਲੋਨ ਨਹੀਂ ਦੇਣਾ, ਆਪੇ ਮਾਰੇ ਜਾਣਗੇ। ਫਿਰ ਉਹ ਕੀ ਹੋਊਗਾ? ਉਹਨਾਂ ਦੀ ਨਿਲਾਮੀ ਹੋਊਗੀ। ਜਿਹੜਾ 10 ਲੱਖ ਦਾ ਕਿੱਲਾ ਉਹ 2 ਲੱਖ ਨੂੰ ਵਿਕੂਗਾ। ਇਹੋ ਜੀ ਗੇਮ ਖੇਡ ਰਹੇ ਆ ਇਹ, ਕਿਉਂਕਿ ਬਹੁਤ ਛਾਤਰ ਦਿਮਾਗ ਜਿਹੜੇ ਆ ਨਾ, ਕੰਮ ਨਹੀਂ, ਉਹ ਇਹੀ ਸੋਚੀ ਜਾਂਦੇ ਨੇ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਕਰਦੇ ਹੋ ਨਾ, ਮਾੜਾ ਜਿਹਾ ਪਿੱਛੇ ਇਤਿਹਾਸ ਤੇ ਆਪਾਂ ਮਾੜੀ ਜਿਹੀ ਨਿਗਾਹ ਮਾਰ ਲਿਆ ਕਰੀਏ, ਕਿਉਂਕਿ ਤੁਹਾਡੇ ਵਰਗੇ ਜਿਹੜੇ ਨੌਜਵਾਨ ਪੱਤਰਕਾਰ ਹੈ ਜਾਂ ਚੰਗੀ ਸੋਚ ਵਾਲੇ ਆ, ਉਹ ਹਲੂਣਾ ਦਿੰਦੇ ਨੇ। ਕਿਉਂਕਿ ਮੈਂ ਹਮੇਸ਼ਾ ਪੱਤਰਕਾਰ ਨੂੰ ਜੰਗ ਦਾ ਸਿਪਾਹੀ ਮੰਨਦਾ ਹੁੰਦਾ, ਚਾਹੇ ਕੋਈ ਵੀ ਪੱਤਰਕਾਰ ਹੋਵੇ, ਇਲੈਕਟ੍ਰਿਕ ਹੋਵੇ, ਚਾਹੇ ਉਹ ਪ੍ਰਿੰਟ ਮੀਡੀਆ ਦਾ ਹੋਵੇ। ਜਦੋਂ ਉਹ ਝਟਕਾ ਦਿੰਦੇ ਨੇ ਨਾ, ਉਹ ਝਟਕਾ ਬੜਾ ਮਜ਼ਬੂਤ ਹੁੰਦਾ। ਕਾਰਨ ਕੀ ਆ ਕਿ ਤੁਸੀਂ ਆਵਾਜ਼ ਹੋ। ਹੁਣ ਤੁਸੀਂ ਪੱਤਰਕਾਰ ਚੰਗਾ ਬੋਲਦੇ ਸੀ, ਸੱਚ ਬੋਲਦੇ ਸੀ, ਦਿੱਲੀ 'ਚ ਤੁਹਾਡੇ ਨਾਲ ਕੀ ਹੋਇਆ? ਤੁਹਾਨੂੰ ਨਹੀਂ ਰਗੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਦਬਾਉਣਾ ਚਾਹੁੰਦੇ ਨੇ। ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ 5 ਸਾਲ ਵਾਲਾ ਰਾਜਾ ਜਿਹੜਾ ਕੋਈ ਬਣ ਜਾਂਦਾ, ਉਹਨੂੰ ਚੇਤਾ ਭੁੱਲ ਜਾਂਦਾ ਕਿ ਮੁੜ ਕੇ ਮੈਨੂੰ ਫਿਰ ਇਹਨਾਂ 'ਚ ਜਾਣਾ ਪੈਣਾ। ਇਹ 135 ਕਰੋੜ ਲੋਕਾਂ ਦਾ ਦੇਸ਼ ਹੈ ਹਨਾ। ਇੱਥੇ ਕਣਕ ਆ ਜਾਣੀ ਆ ਤੇ 20 ਦਿਨਾਂ ਨੂੰ ਕਹਿੰਦੇ ਰਿਕਾਰਡ ਜਿਹੜੇ ਦੇ ਉੱਪਰ, ਤੇ ਅਸੀਂ ਉਹਦੇ ਉੱਤੇ ਪੈਸੇ ਤੁਹਾਨੂੰ ਮੋੜਾਂ, ਤੇ 20 ਦਿਨਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਕੁਛ ਵੀ ਨਹੀਂ ਹੋਣਾ। ਤੇ ਇਹ ਕਿਸ ਤਰੀਕੇ ਨਾਲ ਫਿਰ ਐਰਕੀ ਦੀ ਫਸਲ ਐਂ ਹੀ ਜਾਊਗੀ? ਦੇਖੋ, ਇਹ ਮੈਂ ਤਾਂ ਪਹਿਲਾਂ ਕਹਿਤਾ ਕਿ ਹੁਣ ਮੈਂ ਖੁਦ ਕਿਸਾਨ ਆ, ਜੇ ਫਾਰਮ ਮੇਰੇ ਕੱਟ ਹੁੰਦੇ ਆ ਤੇ ਜ਼ਮੀਨ ਤਾਂ ਜਿਹੜੀ ਥੋੜੀ ਵਾਲੀ ਮੇਰੇ ਬਾਪ ਦੇ ਨਾਂ ਹੈ ਜਾਂ ਮੇਰੀ ਮਦਰ ਦੇ ਨਾਂ ਹੈ, ਇਹਦਾ ਮਤਲਬ ਤਾਂ ਮੈਨੂੰ ਨਹੀਂ ਕੁਛ ਮਿਲਣਾ। ਠੀਕ ਹੈ, ਜਿਹੜੀ ਮੈਂ ਠੇਕੇ ਤੇ ਲਈ ਆ, ਮੈਂ ਉੱਥੇ ਕਿੱਥੇ ਲੱਭਦਾ ਫਿਰੂ ਠੇਕੇ ਵਾਲੇ ਨੂੰ? ਇਹ ਤਾਂ ਕਿਤੇ ਨਾ ਕਿਤੇ ਇੱਕ ਚਲਾਕੀ ਆ ਵੀ ਇਹਨੂੰ ਦਬਾਉਣਾ ਕਿਵੇਂ ਆ, ਕਿਸਾਨ ਨੂੰ ਦਬਾਉਣਾ ਕਿਵੇਂ। ਮੈਨੂੰ ਲੱਗਦਾ ਜਿਹੜੇ ਇਹ ਲੋਕ ਹੈ ਨਾ, ਇਹ ਖਾਂਦੇ ਤਾਂ ਭੋਜਨ ਹੈ, ਪਰ ਭੋਜਨ ਉਗਾਉਣ ਵਾਲਿਆਂ ਦਾ ਚੇਤਾ ਭੁੱਲ ਗਿਆ ਇਹਨਾਂ ਨੂੰ। ਕਿਤੇ ਨਾ ਕਿਤੇ ਇਹਦਾ ਨੁਕਸਾਨ ਵੀ ਹੋਣਾ, ਇਹਨਾਂ ਨੂੰ ਵੀ ਹੋਣਾ। ਕੋਈ ਇਹ ਗੱਲ ਨਹੀਂ ਕਿ ਕਿਸਾਨ ਹੀ ਮਰਨਾ। ਜਦੋਂ ਵੀ ਕਿਤੇ ਨਾ ਕਿਤੇ ਚੰਗੀ ਚੀਜ਼ ਮਰਦੀ ਹੈ
ਉਹ ਫਿਰ ਜਿਹੜੇ ਬੁਰਾਈ ਉਹ ਵੀ ਨਾਲ ਹੀ ਖਤਮ ਹੁੰਦੀ ਹੈ। ਹੁਣ ਇਹਦੇ ਨਾਲ ਇਹ ਵੀ ਹੈ ਨਾ ਕਿ ਜਿਹੜੇ ਵਿਅਕਤੀ ਹੈ, ਜਿਹੜੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇ ਕੇ, ਦੋਸਤ ਮਿੱਤਰਾਂ ਨੂੰ ਠੇਕੇ ਤੇ ਦੇ ਕੇ, ਹੁਣ ਉਹਨਾਂ ਨੇ ਵੀ ਕਾਗਜ਼ ਥੋੜੀ ਉਧਰੋਂ ਭੇਜ ਦੇਣੇ ਆ ਕਿਤੇ, ਜਾਂ ਫਿਰ ਇਧਰੋਂ ਦੇਣਗੇ ਥੋੜੀ, ਉਹ ਤਾਂ ਡਰਨਗੇ ਕਿ ਕਿਤੇ ਆਪਣੇ ਨਾਲ ਹੀ ਨਾ ਲਵਾ ਲੈਣੇ। ਨਹੀਂ ਦੇਖੋ, ਉਹਨਾਂ ਨੇ ਦੇਣਾ ਹੀ ਨਹੀਂ। ਨੰਬਰ 2 ਦੇ ਉੱਤੇ ਮੈਂ ਤਾਂ ਤੁਹਾਨੂੰ ਦੱਸਦਾ ਵੀ 1% ਇਹ ਰੈਵਨਿਊ ਡਿਪਾਰਟਮੈਂਟ ਤੋਂ ਆਨਲਾਈਨ ਵੀ ਚੱਕ ਲੈਂਦੇ ਨੇ ਫਰਦਾਂ, ਵੀ ਉਹਦੀ ਜ਼ਮੀਨ ਹੈ, ਉਹਦੀ ਜ਼ਮੀਨ ਹੈ। ਮੈਨੂੰ ਇਹ ਦੱਸਿਓ 2 ਸਾਲ ਆਉਂਦਾ ਨਹੀਂ, ਕਰੋਨਾ ਦੌਰ ਚੱਲਦਾ, ਤੇ ਉਹ ਪੈਸੇ ਤਾਂ 1% ਜੇ ਅਕਾਊਂਟ ਨੰਬਰ ਵੀ ਅੱਜ ਭੇਜ ਦਿੱਤਾ ਤੇ ਬਾਉਂਦਾ ਉਹ ਮਾਰਿਆ, ਉਹ ਆਪਣੇ ਬੱਚੇ ਕਿਵੇਂ ਪਾਲੂ ਯਾਰ? ਉਹ ਅਗਲੀ ਫਸਲ ਲਈ ਹੁਣ ਮੰਨ ਲਓ ਮੂਹਰੇ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ। ਝੋਨੇ ਦੀ ਲਵਾਈ ਦੇ ਉੱਪਰ ਲੇਬਰ ਵਾਲਾ ਖੇਤ ਦੇ ਬਾਹਰ ਬੈਠਦੇ ਸਾਰ ਹੀ ਕਹਿੰਦਾ ਮੇਰਾ ਹਿਸਾਬ ਕਰ ਦਿਓ, ਕਿਉਂਕਿ ਮੈਂ ਇਹਦੇ ਜਿਹੜਾ ਅੱਜ ਲੇਬਰ ਵਾਲਾ ਵੀ ਹੈ ਨਾ, ਮੇਰਾ ਕਿਸਾਨ ਬਿਹਾਰ ਵਾਲਾ ਵੀਰ ਜਾਂ ਯੂਪੀ ਵਾਲਾ ਵੀਰ, ਉਹ 5-5 4-4 ਕਿੱਲੇ ਦਾ ਮਾਲਕ ਹੈ। ਉੱਥੇ ਇਹ ਚੀਜ਼ਾਂ ਹੋਈਆਂ ਨੇ 2006 ਤੋਂ। ਇੱਧਰ ਆ ਕੇ ਵਿਚਾਰੇ ਆਪਣਾ ਦਿਹਾੜੀ ਟੱਪਾ ਕਰਦੇ, ਉਹ ਇੱਥੇ ਆ ਕੇ ਕਰਨ ਦੇ। ਮੇਰੇ ਖੁਦ ਰਿਸ਼ਤੇਦਾਰ ਨੇ ਉੱਤਰਾਖੰਡ ਦੇ ਵਿੱਚ, ਸੈਲਰ ਦੇ ਮੋਹਰੇ ਲੈਣ ਚ ਤੇ ਮੈਂ 1000 ਤੋਂ 1100 ਰੁਪਏ ਨੂੰ ਵੇਚ ਕੇ ਆਇਆ ਪਿਛਲੀ ਵਾਰੀ ਝੋਨਾ, ਮਿਹਨਤਾਂ ਕਰਕੇ। ਆ ਹੁਣ ਦੀ ਗੱਲ ਹੈ, ਮੇਰੀ ਫੋਨ ਤੇ ਗੱਲ ਹੋਈ ਸੀ, ਕਹਿੰਦਾ ਇਹ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਸੁਣ ਲਵੇ, ਇਹ ਜਿਹੜੀ ਇਹ ਸੈਂਟਰ ਗਵਰਨਮੈਂਟ ਨੂੰ ਮੱਤ ਆ ਜਾਵੇ ਤੇ ਇਹ ਜਿਹੜਾ ਇਹ ਕਾਨੂੰਨ ਵਾਪਸ। ਇਹ ਤਾਂ ਨਹੀਂ ਕਿ ਇਹ ਉਲਝਾਉਣ ਦੀ ਕੋਸ਼ਿਸ਼ ਆ ਕਿਸਾਨਾਂ ਨੂੰ, ਡਰਾ ਕੇ ਕਿ ਵਾਪਸ ਆਉਣਗੇ, ਇੱਥੇ ਕਾਗਜ਼ਾਂ 'ਚ ਉਲਝਣਗੇ, ਕਿਉਂਕਿ ਕਣਕ ਦੀ ਵੀ ਜਿਹੜੀ ਆ ਵਾਢੀ ਹੁਣ ਆ ਜਾਣੀ ਆ, ਉਹਦੇ ਵੀ ਪੈਸਿਆਂ ਦੀ ਉਡੀਕ ਆ, ਤਾਂ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਮਨਦੀਪ ਜੀ, ਮੈਂ ਬਹੁਤੇ ਸਿਆਣੇ ਨਹੀਂ, ਇਤਿਹਾਸ ਨਹੀਂ ਫੋਲਦੇ। ਮੈਂ ਸਾਰਾ ਗੜੀ ਵਾਲੀ ਜੰਗ ਹੀ ਦੇਖ ਲਓ, ਉਹ ਕੁਛ ਗਿਣਤੀ ਦੇ ਸੀ ਨਾ, ਤੇ 21 ਨੇ ਇਹੋ ਜਿਹਾ ਇਤਿਹਾਸ ਰਟਿਆ ਕਿ ਦੁਨੀਆ ਦੀ ਸਭ ਤੋਂ ਵੱਡੀ, ਪਹਿਲਾਂ ਅੰਗਰੇਜ਼ ਮੰਨਦੇ ਸੀ ਸਪਾਰਟਨਾਂ ਨੂੰ, ਵੀ 300 ਜਾਣੇ ਲੜੇ ਸੀ, ਤੇ ਉਹ 300 ਦਾ ਰਿਕਾਰਡ ਵੀ ਨਾ 21 ਨੇ ਤੋੜ ਦਿੱਤਾ ਸੀ। ਉਹ ਨਹੀਂ ਹਰੇ ਨਾ ਹਟੇ। ਤੇ ਜੇ ਉਹ ਸਾਡੇ ਵਿੱਚ ਉਹ ਖੂਨ ਹੈ ਯਾਰ, ਸਾਡੇ ਲੋਕਾਂ 'ਚ ਉਹ ਖੂਨ ਹੈ, ਤੁਹਾਨੂੰ ਲੱਗਦਾ ਉੱਠ ਕੇ ਆ ਜਾਣਗੇ? ਇਹ ਤਾਂ ਗਵਾਂਢੀਆਂ ਤੋਂ ਦਾਲ ਮੰਗਣ ਚੱਲ ਜਾਣ, ਉਦੋਂ ਨਹੀਂ ਉੱਠਦੇ ਜਿੰਨਾ ਚਿਰ ਉਹ ਪਵਾ ਕੇ ਨਹੀਂ ਦਿੰਦਾ। ਤੇ ਉੱਥੋਂ ਦਿੱਲੀੋਂ ਕਿਵੇਂ ਉੱਠਣਗੇ? ਜਾ ਕੇ ਦੇਖੋ, ਪੱਕੀਆਂ ਛੱਡਾਂ ਬਣ ਗਈਆਂ ਨੇ। ਦੇਖੋ, ਲੜਾਈ ਨਹੀਂ ਹੈ ਇਹ ਜੰਗ ਬੁਰਾਈ ਦੇ ਖਿਲਾਫ ਹੈ। ਉਹ ਵੀ ਆਪਣੇ ਨੇ, ਮੈਂ ਤਾਂ ਪਹਿਲਾਂ ਕਿਹਾ ਕਿ ਹੈ ਸਾਡੇ ਹੀ ਨੇ। ਕਿਤੇ ਕਈ ਵਾਰੀ ਜਦੋਂ ਕੋਈ ਬਹੁਤਾ ਤਾਕਤ ਆ ਜਾਂਦਾ, ਚੇਤਾ ਭੁੱਲ ਜਾਂਦਾ ਕਿ ਮੈਂ ਮੁੜ ਕੇ ਪਿਛਾਂ ਨੂੰ ਵੀ ਆਉਣਾ। ਕੁਛ ਮੈਂ ਦੇਖਿਆ ਨਾ, ਤੁਸੀਂ ਸ਼ਾਇਦ ਪਿੰਡਾਂ ਦੇ ਵਿੱਚ ਗਏ ਹੋਣੇ, ਕਈ ਘਰਾਂ ਦੇ ਮੁੰਡੇ ਜਦੋਂ ਨੌਜਵਾਨ ਹੁੰਦੇ ਆ ਨਾ, ਉਹ ਬੁਲਟ ਲੈ ਲੈਂਦੇ, ਪਟਾਕੇ ਬੜੇ ਮਾਰਦੇ ਨੇ। ਉਹਨਾਂ ਨੂੰ ਐਂ ਲੱਗਦਾ ਕਿ ਮੈਂ ਬੁਲਟ ਤੇ ਰਹਿਣਾ ਤੇ ਪਟਾਕੇ ਵੱਜਦੇ ਰਹਿਣੇ ਆ। ਉਹ ਫਿਰ ਪਟਾਕੇ ਵੀ ਬੰਦ ਹੋ ਜਾਂਦੇ, ਬੁਲਟ ਵੀ ਕਿਤੇ ਨਾ ਕਿਤੇ ਖੂੰਜੇ ਪਿਆ ਹੁੰਦਾ ਤੇ ਲੱਤਮਾਂ ਟੁੱਟੀ ਹੁੰਦੀ ਆ। ਇਹੋ ਜਿਹੇ ਹਾਲਾਤ ਸੈਂਟਰ ਗਵਰਨਮੈਂਟ ਦੇ ਹੋਣ, ਲੱਤਮਾਂ ਇਹਨਾਂ ਦੀ ਇਸ ਤਰ੍ਹਾਂ ਟੁੱਟ ਜਾਣੀ ਕਿ ਇਹਨਾਂ ਦਾ ਆਪਣਾ ਹੀ ਡਾਮਾਡੋਲ ਹੋ ਜਾਣਾ ਸਿਸਟਮ। ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹ ਚੀਜ਼ਾਂ ਬਦਲ ਜਾਣਾ ਚਾਹੀਦਾ। ਪੰਜਾਬ ਦੇ ਵਿੱਚ 150 ਤੋਂ ਵੱਧ ਮੰਡੀਆਂ ਨੇ, ਤਾਂ ਉਹਨਾਂ ਦੇ ਵਿੱਚ ਆੜਤੀਏ ਬਹੁਤ ਜ਼ਿਆਦਾ, ਫਿਰ ਇਹ ਸਾਰੀ ਤੇ ਉਸ ਤੋਂ ਵੱਧ ਕੇ ਲੇਬਰ ਆ, ਇਹ ਤਾਂ ਬੇਰੁਜ਼ਗਾਰ ਹੋ ਗਈ ਫਿਰ ਸਾਰੀ। ਦੇਖੋ, ਜਦੋਂ ਸੀਜ਼ਨ ਆਉਂਦਾ ਹੈ ਨਾ, ਉਹਦੇ ਵਿੱਚ ਕਿਸਾਨ ਵੀ ਆਪਣੀ ਰੋਟੀ ਕਮਾਉਂਦਾ ਹੈ, ਫਸਲ ਲੈ ਕੇ ਆਉਂਦਾ, ਆੜਤੀਆ ਕਮਿਸ਼ਨ ਦੇ ਰੂਪ ਚ ਰੋਟੀ ਕਮਾਉਂਦਾ ਹੈ, ਮਜ਼ਦੂਰ ਆਪਣਾ ਉੱਥੇ ਲੇਬਰ ਕਰਕੇ ਰੋਟੀ ਕਮਾਉਂਦਾ, ਉਹ ਚ ਝਾੜ ਫੂਸ ਵਾਲਾ ਝਾੜ ਫੂਸ ਚੱਕ ਕੇ ਲਿਆਂਦਾ, ਉਹ ਚ ਰੋਟੀ ਕਮਾਉਂਦਾ। ਇੱਕ ਜਿਹਨੂੰ ਮੈਂ ਕਹਾਂਗਾ ਕਿ ਬੀਬੀਆਂ ਹੁੰਦੀਆਂ, ਜਿਹਨੂੰ ਮੈਂ ਸਨਮਾਨ ਸਹਿਤ ਕਹਾਂਗਾ ਕਿ ਬਾਜੀਗਰ ਜਿਹਨੂੰ ਕਹਿੰਦੇ ਆ, ਉਹ ਲੋਕ ਆਪਣੀ ਰੋਟੀ ਕਮਾਉਂਦੇ ਆ। ਹਰ ਇੱਕ ਬੰਦਾ ਉਹ ਰੋਟੀ ਕਮਾਉਂਦਾ। ਉਦੋਂ ਬਾਅਦ ਜਦੋਂ ਮੰਡੀ ਖਤਮ ਹੋ ਜਾਂਦੀ ਹੈ ਨਾ, ਫਿਨਿਸ਼ ਹੋ ਜਾਂਦੀ ਹੈ, ਤੇ ਮੈਂ ਇੱਥੇ ਬਾਹਰ ਮੰਡੀ ਦੇ ਖੜ ਕੇ ਦੇਖਦਾ ਹੁੰਦਾ ਬੜੇ ਨਜ਼ਾਰੇ ਦੇ ਨਾਲ ਕਿ ਕਬੂਤਰ ਵੀ ਦਾਣਾ ਦਾਣਾ ਚੁਗਦੇ ਨੇ, ਉਹ ਵੀ ਆਪਣਾ ਢਿੱਡ ਪਾਲਦੇ ਨੇ। ਯਾਰ, ਜਿੱਥੇ ਇੰਨੇ ਲੋਕਾਂ ਦਾ, ਇੰਨੇ ਜੀਵ ਜੰਤੂਆਂ ਦੀ ਇੱਕ ਸਾਂਝ ਜੁੜੀ ਹੋਵੇ, ਤੁਸੀਂ ਯਾਰ 1-2 ਬੰਦੇ ਕਿਵੇਂ ਤੋੜ ਦੋਗੇ? ਮੈਨੂੰ ਤਾਂ ਲੱਗਦਾ ਬਹੁਤ ਹੀ ਵੱਡਾ, ਕਹਿੰਦੇ ਨੇ ਜਿਹੜਾ ਬਹੁਤਾ ਵੱਡਾ ਕਮਲਾ ਹੋ ਜਾਏ ਨਾ, ਉਹਨੂੰ ਫਿਰ ਕਹਿੰਦੇ ਸੇਠ ਸਾਹਿਬ ਜਾਂ ਰਾਜਾ ਕਹਿਣ ਲੱਗ ਜਾਂਦੇ ਨੇ ਪੰਪ ਦੇਣ ਲਈ। ਮੈਨੂੰ ਲੱਗਦਾ ਇਸ ਤਰ੍ਹਾਂ ਹੋ ਗਿਆ ਕੋਈ ਸੈਂਟਰ ਗਵਰਨਮੈਂਟ ਦਾ, ਕੋਈ ਬਹੁਤੀ ਸਿਆਣੀਆਂ ਗੱਲਾਂ ਨਹੀਂ ਕਰ ਰਿਹਾ। ਜਿਹੜੀ ਕਣਕ ਦੀ ਫਸਲ ਹੈ, ਇਹ ਦੇਣੀ ਅਸੀਂ ਆੜਤੀਆਂ ਨੂੰ ਹੀ ਆ, ਇਹ ਦੇਣੀ ਆੜਤੀਆਂ ਨੂੰ। ਕਹਿੰਦੇ ਖਰੀਦੋ ਆੜਤੀਆ, ਪੈਸੇ ਸਿੱਧੇ ਚਲ ਜਾਣਗੇ, ਤੁਹਾਡਾ ਕਮਿਸ਼ਨ ਤੁਹਾਨੂੰ ਮਿਲ ਜੂਗਾ। ਸੈਂਟਰ ਗਵਰਨਮੈਂਟ 1 ਮਹੀਨੇ ਬਾਅਦ ਜਾਂ 15 ਦਿਨ ਬਾਅਦ ਆਰਡਰ ਕੱਢ ਦਿੰਦੀ ਹੈ ਕਿ ਕਿਸੇ ਕਾਰਨ ਪੇਮੈਂਟ ਰੋਕੀ ਗਈ, ਕਿਸੇ ਕਾਰਨ। ਉਹਦੇ ਵਿੱਚ ਕੋਈ ਰੀਜ਼ਨ ਦੱਸਣ ਦੀ ਲੋੜ ਨਹੀਂ, ਕਿਸੇ ਕਾਰਨ ਲਿਖ ਕੇ ਚਿੱਠੀ ਪਾ ਦਿਓ, ਜਿਵੇਂ ਆਹ ਚਿੱਠੀ ਆਈ ਇੱਕ ਉਹ ਪਾ ਦੇਣਗੇ। ਅਜੇ ਤੱਕ ਤੇ GST ਦੇ ਪੈਸੇ ਮੁੜੇ ਆ, ਤਾਂ ਕਿੰਨਾ ਕਲਪਦੇ ਆ ਸਰਕਾਰ, ਤੇ ਉਹ ਵੀ ਨਹੀਂ ਮੁੜਦੇ। ਤੁਹਾਨੂੰ ਲੱਗਦਾ ਦੇ ਦੇਣਗੇ? ਕਿਉਂਕਿ ਇਹਨਾਂ ਨੂੰ ਇੱਕ ਵਹਿਮ ਹੋ ਗਿਆ ਵੀ ਅਸੀਂ ਦਬਾ ਲੈਣਾ। ਇਹ ਉਹ ਲੋਕ ਨੇ ਜਿਹੜਾ ਜਦੋਂ ਛੱਤ ਤੇ ਖੜ ਕੇ ਆਵਾਜ਼ ਦੇ ਦਿੰਦੇ ਨੇ ਨਾ, ਗਵਾਂਢੀ ਇਕੱਠੇ ਹੋ ਜਾਂਦੇ ਨੇ। ਅੱਜ ਇਹਨਾਂ ਨੇ ਦਿੱਲੀ ਜਾ ਕੇ ਆਵਾਜ਼ ਦਿੱਤੀ ਤਾਂ ਪੂਰਾ ਭਾਰਤ ਵਰਸ਼ ਇਕੱਠਾ ਹੋ ਗਿਆ। ਅੱਜ ਮਜ਼ਦੂਰ ਵੀ ਕਹਿੰਦਾ ਯਾਰ ਇਹ ਠੀਕ ਹੋ ਰਿਹਾ, ਅੱਜ ਵਕੀਲ, ਅੱਜ ਜੱਜ, ਉਹ ਕਹਿੰਦੇ ਨੇ ਠੀਕ ਹੋ ਗਿਆ। ਅੱਜ ਮੈਂ 1-2 ਵਪਾਰੀਆਂ ਨੂੰ ਮਿਲਿਆ, ਕਹਿੰਦਾ ਯਾਰ ਪਹਿਲੇ ਲੋਕ ਆ ਜਿਨ੍ਹਾਂ ਨੇ ਇੱਕ ਵਾਰੀ ਦੱਸ ਦਿੱਤਾ ਕਿ ਇਹ ਗਲਤ ਹੋ ਰਿਹਾ। ਮਤਲਬ ਕਿਤੇ ਨਾ ਕਿਤੇ ਆਵਾਜ਼ ਬਣੀ ਹੈ ਨਾ। ਔਰ ਵੱਡਾ ਤਾਂ ਮੈਂ ਮੁਬਾਰਕਬਾਦ ਤੁਹਾਨੂੰ ਦਿੰਦਾ ਮਨਦੀਪ ਜੀ, ਕੋਈ ਤੁਹਾਡੇ ਵਰਗੇ ਲੋਕ ਜਦੋਂ ਨਾ ਇਨਕਲਾਬ ਸੋਚ ਲੈ ਕੇ ਚੱਲਦੇ ਆ, ਕਿਉਂਕਿ ਪੱਤਰਕਾਰਤਾ ਸਭ ਤੋਂ ਪਵਿੱਤਰ ਹੈ। ਪੱਤਰਕਾਰ ਉਹ ਚੀਜ਼ ਹੈ ਜਿਹੜਾ ਸਰਕਾਰ ਤੇ ਲੋਕਾਂ ਦੇ ਵਿਚਾਲੇ ਵਿਚੋਲਾ ਹੈ। ਜਿਵੇਂ ਕਿਸਾਨ ਤੇ ਆੜ੍ਹਤੀ ਦਾ ਵਿਚੋਲਾ ਮਾਰਕੀਟ ਕਮੇਟੀ ਹੁੰਦੀ ਨਾ, ਮੰਡੀ ਬੋਰਡ, ਇਸੇ ਤਰ੍ਹਾਂ ਲੋਕਾਂ ਦਾ ਤੇ ਸਰਕਾਰਾਂ ਦਾ ਵਿਚੋਲਾ ਪੱਤਰਕਾਰ ਹੁੰਦਾ।
ਵਿਚੋਲਗੀ ਜੋ ਕੱਢਣ ਤੇ ਨਾ ਆ ਜੇ ਮੁੜ ਕੇ ਸਰਕਾਰ। ਨਹੀਂ ਦੇਖੋ, ਦਬਾਅ ਜ਼ਰੂਰ ਹੁੰਦਾ ਹੈ, ਇਹ ਨਹੀਂ ਹੈ, ਦਬਾਅ ਜ਼ਰੂਰ ਹੁੰਦਾ, ਕੋਈ ਨਹੀਂ ਕੱਢ ਸਕਦਾ ਕਿਉਂਕਿ ਬਹੁਤ ਗਿਣਤੀ ਜਿੱਤਦੀ ਹੁੰਦੀ ਹੈ। 135 ਕਰੋੜ ਨੂੰ ਤੁਸੀਂ ਨੁੱਕਰੇ ਨਹੀਂ ਲਾ ਸਕਦੇ। ਲਾ ਸਕਦੇ ਹੋ? ਨਹੀਂ ਲਾ ਸਕਦੇ, ਕਿਉਂਕਿ ਇੱਕ ਗੱਲ ਹਮੇਸ਼ਾ ਲੜ ਬਣ ਲੈਣੀ ਚਾਹੀਦੀ ਹੈ ਪੋਲੀਟੀਕਲ ਸਿਸਟਮ ਨੂੰ, ਚਾਹੇ ਉਹ MLA ਚਾਹੇ MP ਹੈ। ਇਹ ਲੋਕਾਂ ਨੇ ਬਣਾ ਕੇ ਭੇਜਿਆ। ਤੁਹਾਨੂੰ ਮੈਂ ਪਹਿਲਾਂ ਦੱਸਿਆ, ਇਹ ਜੇ ਕੋਈ ਇਹ ਵਿਰਾਸਤ ਨਹੀਂ ਹੈ, ਜੱਦੀ ਪੁਸ਼ਤੀ ਨਹੀਂ ਹੈ ਕਿ ਅੱਜ MLA ਇੱਕ ਮਰ ਗਿਆ ਤੇ ਦੂਜਾ ਉਹਦਾ ਬੱਚਾ ਆਪਣੇ ਆਪ ਬਣ ਜੂ। ਲੋਕਾਂ ਨੇ ਤੁਹਾਡੇ ਕੰਮ ਦੇਖਣੇ ਨੇ, ਬਾਈ ਕੀ ਕਰਦੇ ਹੋ, ਫਿਰ ਜਾ ਕੇ ਤੁਹਾਨੂੰ ਉਹਦਾ ਰਿਜ਼ਲਟ ਦਿੰਦੇ ਨੇ। ਇਸ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਤੋਂ ਚੇਤਾ ਰੱਖਣਾ ਚਾਹੀਦਾ। ਮੈਨੂੰ ਲੱਗਦਾ ਤੁਸੀਂ ਵੀ ਥੋੜਾ ਜਿਹਾ ਨਾ, ਜਦੋਂ ਪ੍ਰੋਗਰਾਮ ਕਰਦੇ ਹੁੰਦੇ ਹੋ, ਇੱਕ ਅੱਧਾ ਵਿੱਚ ਪ੍ਰੋਗਰਾਮ ਕਰ ਦਿਆ ਕਰੋ ਜਿਹਦੇ ਵਿੱਚ ਹਿਸਟਰੀ ਦੀਆਂ ਕਿਤੇ ਨਾ ਕਿਤੇ ਲਾਈਨਾਂ ਇਹਨਾਂ ਨੂੰ ਸੁਣਾਇਆ ਕਰੋ, ਕਿਉਂਕਿ ਅੱਜ ਕੱਲ੍ਹ ਸਾਰਾ ਹਿੰਦੁਸਤਾਨ ਜਿਹੜਾ ਨਾ ਉਹ ਪੰਜਾਬੀ ਬੜੀ ਸੁਣਦਾ। ਹਾਂਜੀ ਸਮਰਾ ਸਾਹਿਬ ਡਿਟੇਲ ਦੇ ਵਿੱਚ ਦੱਸਣ ਲਈ। ਸੋ FCI ਦੇ ਵੱਲੋਂ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ ਕਿ ਜਿਹੜੀ ਇਸ ਵਾਰ ਕਣਕ ਦੀ ਅਦਾਇਗੀ ਕੀਤੀ ਜਾਊਗੀ ਉਹ ਸਿੱਧੀ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਆਊਗੀ। ਉਹ ਪੈਸੇ ਜਿਹੜੇ ਆੜਤੀ ਨੂੰ ਨਹੀਂ ਦਿੱਤੇ ਜਾਣਗੇ ਤੇ ਜਿਹੜੀ ਮਲਕੀਅਤ ਹੈ ਉਹ ਤੁਹਾਨੂੰ ਦੱਸਣੀ ਪਵੇਗੀ ਕਿ ਜਿਨ੍ਹਾਂ ਦੇ ਨਾਮ ਤੇ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਹੀ ਪੈਸੇ ਆਉਣਗੇ। ਇਹ ਇੱਕ ਵੱਡੀ ਮਾਰ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਮਾਰੀ ਜਾ ਸਕਦੀ ਹੈ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਲਈ ਵੀ ਇਹ ਨੋਟੀਫਿਕੇਸ਼ਨ ਜਾਂ ਫਿਰ ਇਸ ਤਰੀਕੇ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।